ਦਿਉਰੇ ਪਾਛੇ ਬੈਠਾ ਜਾਏ। ਜਿਉ ਜਿਉ ਨਾਮਾ ਹਰ ਗੁਣ ਉਚਰੈ ਭਗਤ ਜਨਾ ਕੋ ਦਿਉਰਾ ਫਿਰੈ। ਜਿਉ ਜਿਉ ਨਾਮਾ ਹਰ ਗੁਣ ਉਚਰੈ ਭਗਤ ਜਨਾ ਕੋ ਦਿਉਰਾ ਫਿਰੈ। ਨਾਮਦੇਵ ਨੂੰ ਗਲੇ ਦੇ ਨਾਲ ਲਾਇਆ ਭਗਤ ਪਿਆਰਾ ਜਾਣ ਕੇ ਜੀ। ਨਾਮਦੇਵ ਨੂੰ ਗਲੇ ਨਾਲ ਲਾਇਆ ਭਗਤ ਪਿਆਰਾ ਜਾਣ ਕੇ। ਨਾਮਦੇਵ ਨੂੰ ਗਲੇ ਦੇ ਨਾਲ ਲਾ ਲਿਆ। ਨਾਮਦੇਵ ਨੂੰ ਗਲੇ ਦੇ ਨਾਲ ਲਾ ਲਿਆ ਜੀ। ਨਾਮਦੇਵ ਨੂੰ ਗਲੇ ਦੇ ਨਾਲ ਲਾ ਲਿਆ। ਇਹ ਤਾਂ ਬਿਰਧ ਸੁਆਮੀ ਦਾ ਜੀ ਸ਼ਰਨੀ ਆਇਆਂ ਨੂੰ ਗਲ ਲਾਉਣਾ। ਇਹ ਤਾਂ ਬਿਰਧ ਸੁਆਮੀ ਦਾ ਸ਼ਰਨੀ ਆਇਆਂ ਨੂੰ ਗਲ ਲਾਉਣਾ। ਇਹ ਤਾਂ ਬਿਰਧ ਸੁਆਮੀ ਦਾ शरण परे की राखते अल्लाह नानक तुमरे बाल। फिरते फिरते प्रभे आया परया तो शरणा। नानक की प्रभ बेनती परम सत्कारयोग गुरु जी की साजी नवाजी साध संगत जी। अंम੍ਰਿਤ वेले गुरु जी की पावन पवित्र बख्शिश की हुई पावन बाणी श्री ऐसा जी की वार जो रोजाना की तरह महापुरखों के स्थान पर गुरु जी की पावन पवित्र निघी गोद अंदर ਜਦੋਂ ਤੋਂ ਆ ਕੇ ਇੱਥੇ ਸਤਿਪੁਰਸ਼ਾਂ ਨੇ ਪਾਵਨ ਪਿੱਤਰ ਆਪਣੇ ਚਰਨ ਪਾਏ। ਫਿਰ ਭਗਤ ਕਬੀਰ ਜੀ ਮਹਾਰਾਜ ਨੂੰ ਪੁੱਛਿਆ, ਕਹਿਤ ਕਬੀਰ ਹਉ ਭਇਆ ਉਦਾਸ, ਤੀਰਥ ਵੱਡਾ ਕੇ ਹਰ ਕਾ ਦਾਸ। ਭਗਤ ਕਬੀਰ ਜੀ ਕਹਿੰਦੇ ਜਿੱਥੇ ਕੋਈ ਨਾਮ ਜਪਣ ਵਾਲਾ ਬੰਦਗੀ ਕਰਨ ਵਾਲਾ ਸਾਧੂ ਬੈਠ ਜਾਵੇ ਉੱਥੇ ਇੱਕ ਤੀਰਥ ਪ੍ਰਗਟ ਹੋ ਜਾਂਦਾ। ਤੇ ਦੂਸਰੇ ਪਾਸੇ ਗੁਰੂ ਸਾਹਿਬ ਜੀ ਫਰਮਾਨ ਕਰਦੇ ਹਨ 860 ਤੀਰਥ। 60 ਤੇ 8 ਕਿੰਨੇ ਬਣ ਗਏ? 68। ਹਿੰਦੂ ਮਤ ਦੇ ਵਿੱਚ 68 ਤੀਰਥਾਂ ਨੂੰ ਬੜੀ ਵੱਡੀ ਮਹਾਨਤਾ ਦਿੱਤੀ ਹੈ।
ਗੁਰਬਾਣੀ ਵਿੱਚ ਮਹਾਰਾਜ ਜੀ ਫਰਮਾਨ ਕਰ ਦਿਨ 68 ਤੀਰਥ ਜਹ ਸਾਧ ਪੱਗ ਧਰੈ। ਕਹਿੰਦੇ ਜਿੱਥੇ ਸਾਧਨਾ ਸੰਪੰਨ ਮਹਾਂਪੁਰਖ ਨਾਮ ਜਪਣ ਵਾਲਾ ਬੰਦਗੀ ਕਰਨ ਵਾਲਾ ਇੱਕ ਮੁਬਾਰਕ ਚਰਨ ਧਰ ਦੇਵੇ, ਇੱਕ ਚਰਨ, ਕਹਿੰਦੇ ਉੱਥੇ ਆਪਣੇ ਆਪ 68 ਤੀਰਥ ਚੱਲ ਕੇ ਆ ਜਾਂਦੇ ਹਨ। ਸਾਧ ਪੱਗ ਧਰੈ, ਸਾਧ ਹੋਵੇ, ਲੋਟੂ ਟੋਲਾ ਨਾ ਹੋਵੇ ਅੱਜ ਵਾਲਿਆਂ ਵਰਗਾ, ਜਿਹੜੇ ਅੱਜ ਵਾਲੇ ਲੋਟੂ ਟੋਲੇ ਨੇ ਉਹਨਾਂ ਵਰਗਾ ਨਾ ਹੋਵੇ। ਸਾਧ ਹੋਵੇ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ ਮਹਾਂਪੁਰਖਾਂ ਵਰਗਾ, ਸੰਤ ਬਾਬਾ ਨਰਾਇਣ ਸਿੰਘ ਜੀ ਮੋਨੀ ਰਾੜੇ ਵਾਲੇ, ਸੰਤ ਈਸਰ ਸਿੰਘ ਜੀ, ਬਾਬਾ ਜਵਾਲਾ ਸਿੰਘ ਜੀ ਹਰਖਵਾਲ ਵਾਲੇ ਮਹਾਂਪੁਰਖ, ਜਿਨ੍ਹਾਂ ਨੇ ਆਪਣਾ ਜੀਵਨ ਲਾ ਦਿੱਤਾ, ਪਰਮਾਤਮਾ ਦੇ ਲੇਖੇ ਲਾ ਦਿੱਤਾ। ਦੋ ਵੇੜੀਆਂ ਨੇ, ਇੱਕ ਰੱਬ ਦੀ ਹੈ, ਇੱਕ ਜਗ ਸੰਸਾਰ ਦੀ ਹੈ। ਵੇ ਜਦ ਤਾਂ ਉਤਰ ਕੇ ਜਗਤ ਸੰਸਾਰ ਦੀ ਵੇੜੀ ਵਿੱਚੋਂ ਰੱਬ ਦੀ ਵੇੜੀ ਵਿੱਚ ਵਿਟਣਾ ਪੈਂਦਾ ਹੈ, ਤੇ ਜਾਂ ਫਿਰ ਉਹ ਪਰਮਾਤਮਾ ਦੀ ਵੇੜੀ ਵਿੱਚ ਭਗਤਾ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਇਹ ਵੀ ਨਹੀਂ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਵੀ ਘਰ-ਬਾਰ ਛੱਡ ਦੀ, ਬੱਚੇ ਛੱਡ ਦੀ, ਬੱਚੇ ਭੁੱਖੇ ਮਰਦੇ ਹੋਣ, ਨਹੀਂ। ਫਿਰ ਗੁਰੂ ਜੀ ਦਾ ਵੀ ਫਰਮਾਨ ਹੈ, ਗ੍ਰਹੀ ਕਰੈ ਤੋ ਧਰਮ ਕਰ, ਨਹੀਂ ਤੋ ਕਰ ਬੈਰਾਗ, ਬੈਰਾਗੀ ਬੰਧਨ ਕਰੈ ਤਾਂ ਕੋ ਵੱਡੋ ਭਾਗ। ਕਹਿੰਦੇ ਪਹਿਲਾਂ ਗ੍ਰਸਤੀ ਬਣ ਜਾਣਾ, ਫਿਰ ਬੈਰਾਗੀ ਬਣ ਜਾਣਾ, ਛੱਡ ਦੇਣਾ, ਤਿਆਗ ਕਰ ਦੇਣਾ, ਫਿਰ ਬਣ ਜਾਣਾ। ਕਹਿੰਦੇ ਇਦੋਂ ਵੱਡੇ ਮਾੜੇ ਭਾਗ ਕਿਹਦੇ ਹੋ ਸਕਦੇ ਨੇ? ਮਹਾਰਾਜ ਜੀ ਕਹਿੰਦੇ ਇਹ ਕੰਮ ਨਹੀਂ ਕਰਨਾ। ਸਾਡੇ ਗੁਰੂ ਸਾਹਿਬ ਜਿਤਨੇ ਵੀ ਹੋਏ ਪਰਿਵਾਰ ਵਿੱਚ ਰਹਿੰਦਿਆਂ ਹੋਇਆਂ ਉਹਨਾਂ ਨੇ ਪਰਮਾਤਮਾ ਦੇ ਨਾਮ ਜਪਣ ਦੀ ਜੁਗਤੀ ਦੱਸੀ। ਜੁਗਤੀ ਉਹਨਾਂ ਨੂੰ ਜਪਣ ਦੀ ਲੋੜ ਨਹੀਂ ਸੀ। ਹੁਣ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ 4 ਯੁੱਗ ਬੈਠ ਕੇ ਪਰਮਾਤਮਾ ਦੀ ਬੰਦਗੀ ਕਰਦੇ, 400 ਸਾਲ, 4 ਯੁੱਗਾਂ ਦਾ 400 ਸਾਲ। ਉਹਨਾਂ ਨੂੰ ਕੀ ਲੋੜ ਸੀ? ਉਹਨਾਂ ਨੇ ਤਾਕੀਦ ਦੇ ਦਿੱਤੀ, ਸਿੱਖਿਆ ਦੇ ਦਿੱਤੀ। ਉਸ ਹੇਮਕੁੰਟ ਨਾਮੇ ਪਹਾੜ ਦੇ ਵਿੱਚ ਬੈਠ ਕੇ ਬਰਫ਼ ਚੜ੍ਹ ਜਾਂਦੀ ਹੈ, ਉਤਰ ਜਾਂਦੀ ਹੈ, ਚੜ੍ਹ ਜਾਂਦੀ ਹੈ, ਉਤਰ ਜਾਂਦੀ ਹੈ। ਜਿਵੇਂ ਅੰਮ੍ਰਿਤ ਵੇਲਾ ਹੋਇਆ, ਅਰਜਨ ਨੇ ਇਸ਼ਨਾਨ ਧਿਆਨ ਕਰਿਆ, ਇਸ਼ਨਾਨ ਧਿਆਨ ਕਰਕੇ ਮਨ ਵਿੱਚ ਆਇਆ ਚਲੋ ਭਗਵਾਨ ਕ੍ਰਿਸ਼ਨ ਮਹਾਰਾਜ ਦੇ ਦਰਸ਼ਨ ਕਰਕੇ ਆਈਏ। ਛੇਤੀ ਛੇਤੀ ਭੱਜਿਆ ਜਾਂਦਾ, ਅੱਗੇ ਦੇਖਿਆ ਭਗਵਾਨ ਸਵੈ ਸਰੂਪ ਧਿਆਨ ਮਗਨ ਵਿੱਚ ਬੈਠੇ ਨੇ, ਚੌਂਕੜਾ ਲੱਗਿਆ ਹੋਇਆ ਹੈ। ਅਰਜਨ 1 ਮਿੰਟ ਖੜਾ, 2 4 5 10 20 ਅੱਧਾ ਘੰਟਾ ਖੜਾ ਰਿਹਾ, ਮੱਥਾ ਟੇਕ ਕੇ ਬੈਠ ਗਿਆ ਕੋਲੇ। ਜਦੋਂ ਮੱਥਾ ਟੇਕ ਕੇ ਬੈਠ ਗਿਆ, ਭਗਵਾਨ ਕ੍ਰਿਸ਼ਨ ਮਹਾਰਾਜ ਨੇ ਅੱਖਾਂ ਖੋਲੀਆਂ, ਦੇਖਿਆ ਅਰਜਨ ਬੈਠਾ। ਆਓ ਬਈ ਅਰਜਨ, ਕਿਆ ਹਾਲ ਹੈ? ਮਹਾਰਾਜ ਮੈਨੂੰ ਅੱਧਾ ਘੰਟਾ ਹੋ ਗਿਆ ਬੈਠੇ ਨੂੰ। ਹਾਂ ਦੱਸ ਕੀ ਹੁਕਮ ਹੈ? ਤੁਸੀਂ ਭਗਵਾਨ ਹੋ ਕੇ ਤੁਸੀਂ ਵੀ ਹਜੇ ਨਾਮ ਜਪਦੇ ਹੋ, ਤੁਸੀਂ ਕਿਹਦਾ ਨਾਮ ਜਪਦੇ ਹੋ? ਤੁਹਾਨੂੰ ਕੀ ਲੋੜ ਹੈ ਨਾਮ ਜਪਣ ਦੀ? ਤੁਸੀਂ ਤਾਂ ਖੁਦ ਪਰਮਾਤਮਾ ਹੋ, ਤੁਹਾਨੂੰ ਕਿਹਦਾ ਨਾਮ ਜਪਣ ਦੀ ਲੋੜ ਹੈ? ਅਰਜਨ ਕਹਿਣ ਲੱਗ, ਭਗਵਾਨ ਕ੍ਰਿਸ਼ਨ ਮਹਾਰਾਜ ਜੀ ਨੇ ਕਿਹਾ ਅਰਜਨ ਨੂੰ, ਅਰਜਨ ਗੱਲ ਸੁਣ, ਜਿਹੜੇ ਮੇਰਾ ਧਿਆਨ ਧਰਦੇ ਆ ਨਾ, ਮੈਂ ਉਹਨਾਂ ਦਾ ਧਿਆਨ ਧਰਦਾ ਹਾਂ। ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਮੇਰਾ ਧਿਆਨ ਧਰਦੇ ਆ, ਮੈਂ ਉਹਨਾਂ ਦਾ ਧਿਆਨ ਧਰਦਾ। ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਪਰਮਾਤਮਾ ਨੂੰ ਯਾਦ ਕਰਦਾ, ਰੱਬ ਉਹਨਾਂ ਨੂੰ ਵੀ ਯਾਦ ਕਰਦਾ ਹੈ। ਚਰਨ ਸ਼ਰਨ ਗੁਰੂ ਏਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਤ ਹੈ। ਆਓ ਆਪਣੇ ਉਸ ਲੜੀਵਾਰ ਇਤਿਹਾਸ ਜੋ ਚੱਲ ਰਿਹਾ ਹੈ, ਜਿੱਥੇ ਗੁਰੂ ਤੋਂ ਬਚਨ ਵਾਸਤੇ ਆਹੀ ਇੱਕ ਸਮਾਂ ਬਾਣੀ ਪੜ੍ਹਨ ਦਾ, ਸੇਵਾ ਸਿਮਰਨ ਕਰਨ ਦਾ। ਗੁਰੂ ਘਰ ਦੇ ਵਿੱਚ 2 ਹੀ ਚੀਜ਼ਾਂ ਮਹਾਨ ਨੇ ਜਿਹੜੀਆਂ ਸਾਡੇ ਗੁਰੂ ਸਾਹਿਬ ਨੇ ਕਰਕੇ ਦਿਖਾ ਦਿੱਤੀਆਂ, ਇੱਕ ਸੇਵਾ ਤੇ ਇੱਕ ਸਿਮਰਨ।
ਤੀਜੀ ਗੱਲ ਨੂੰ ਮਹਾਰਾਜ ਜੀ ਕਹਿ ਦਿੱਤਾ, ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਮਹਾਰਾਜ ਜੀ ਕਹਿੰਦੇ ਤੀਜੀ ਤਾਂ ਗੱਲ ਹੀ ਨਹੀਂ, ਦੋ ਹੀ ਨੇ ਬਸ। ਪਰਮਾਤਮਾ ਦਾ ਸਿਮਰਨ ਕਰਨਾ, ਪਰਮਾਤਮਾ ਦੇ ਘਰ ਦੀ ਸੇਵਾ ਕਰਨੀ। ਸੇਵਾ ਕਰਨ ਦੇ ਨਾਲ ਨਿਮਰਤਾ ਭਾਵ ਆ ਜਾਂਦਾ ਹੈ। ਜੇ ਸੇਵਾ ਕਰ, ਦਸੇ ਗੁਰਾਂ ਨੇ ਇਹੋ ਹੀ ਰੰਗ ਭਰ ਦਿੱਤਾ, ਵੱਖੋ ਵੱਖਰਾ ਰੰਗ ਭਰ ਦਿੱਤਾ। ਹੁਕਮ ਮੰਨਣ ਦਾ ਰੰਗ ਭਰ ਦਿੱਤਾ, ਸੇਵਾ ਦਾ ਰੰਗ ਭਰ ਦਿੱਤਾ, ਸੰਗਤ ਪੰਗਤ ਦਾ ਰੰਗ ਭਰ ਦਿੱਤਾ, ਸੂਰ ਵੀਰ ਬਚਨ ਕੇ ਬਲੀ ਸੂਰਮਿਆਂ ਦਾ ਰੰਗ ਭਰ ਦਿੱਤਾ। ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਸਹਿਨਸ਼ੀਲਤਾ, ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਤੱਤੀਆਂ ਤਵੀਆਂ ਉੱਤੇ ਬੈਠ ਕੇ, ਤੱਤੀ ਤਵੀ ਤੇ ਬੈਠ ਕੇ ਕਿਸੇ ਭੌਰੇ ਕਰਨੀ ਦੱਸੀ ਹੈ ਸਬਰ ਦੀ ਜੰਗ ਤੈਨੂੰ। ਆਸ਼ਕ ਕਿਸੇ ਨੇ ਚਾਂਦਨੀ ਚੌਂਕ ਕੇ ਅੰਦਰ ਮਰ ਕੇ ਜਿਉਣ ਦਾ ਦੱਸਿਆ ਹੈ ਢੰਗ ਤੈਨੂੰ। ਮਸਤੀ ਲੱਥੀ ਨਾ ਤੇਰੀ ਪਰਵਾਨਿਆ ਓਏ, ਦਿੱਤਾ ਸਮੇਂ ਨੇ ਸੂਲੀ ਤੇ ਟੰਗ ਤੈਨੂੰ। ਜਿਉਂ ਜਿਉਂ ਸੜੇ ਤੂੰ ਭੱਠੀ ਦੇ ਵਿੱਚ ਪੈ ਪੈ, ਤਿਉਂ ਤਿਉਂ ਚੜ੍ਹੇ ਪਰਵਾਨਿਆ ਰੰਗ ਤੈਨੂੰ। ਸਹਿਨਸ਼ੀਲਤਾ ਵਿੱਚ ਬੈਠ ਕੇ, ਤੱਤੀ ਤਵੀ, ਜੇਠ ਦਾ ਮਹੀਨਾ, ਚੰਦੂ ਦਾ ਮਨ ਗਰਮ, ਤੇ ਮਹਾਰਾਜ ਜੀ ਚੌਂਕੜਾ ਮਾਰ ਕੇ ਵਿਚਾਲੇ ਬੈਠੇ ਨੇ। ਤੇ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨ ਲੀਆਂ। ਉਹ ਤਤੀ ਤਵੀ ਵਿੱਚ ਦੋ ਤਲਵਾਰਾਂ ਪੈਦਾ ਹੋਈਆਂ। ਨੱਥਾ ਤੇ ਅਬਦੁੱਲਾ ਢਾਡੀ ਲਿਖਦੇ ਨੇ, ਦੋ ਤਲਵਾਰਾਂ ਬੱਧੀਆਂ, ਇੱਕ ਮੀਰ ਦੀ ਇੱਕ ਪੀਰ ਦੀ, ਇੱਕ ਅਜਮਤ ਦੀ ਇੱਕ ਪੀਰ ਦੀ। ਅਜਮਤ ਦੀ ਭਾਵ ਜਿਹੜੀ ਤੁਰਤ ਦਿਖਾਵੇ, ਇੱਕ ਅਜਮਤ ਦੀ ਇੱਕ ਪੀਰ ਦੀ, ਕਰਾਖੀ ਕਰੇ ਵਜ਼ੀਰ ਦੀ। ਹਿੰਮਤ ਬਾਹਾਂ ਕੋਟ ਗੜ੍ਹ ਦਰਵਾਜ਼ਾ, ਵਲਖ ਵਕੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਅੱਗੇ ਸੱਤਵੇਂ ਪਾਤਸ਼ਾਹ ਗੁਰੂ ਹਰ ਰਾਏ ਮਹਾਰਾਜ ਘੋੜ ਸਵਾਰ ਨੇ। ਜੰਗ ਨਹੀਂ ਕਰਿਆ ਮਹਾਰਾਜ ਜੀ ਨੇ ਕੋਈ, ਪਰ 700 ਘੋੜ ਸਵਾਰ ਹਰ ਵਕਤ ਮਹਾਰਾਜ ਦੇ ਨਾਲ ਰਹਿੰਦਾ। ਸੂਰਮੇ ਸ਼ਸਤਰਧਾਰੀ ਫੌਜਾਂ, 700 ਘੋੜ ਸਵਾਰ ਹਰ ਵਕਤ ਮਹਾਰਾਜ ਦੇ ਨਾਲ ਰਹਿੰਦਾ। 8ਵੇਂ ਗੁਰੂ ਨਾਨਕ ਨੇ ਫਿਰ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਨੇ 7 ਸਾਲ 9 ਮਹੀਨੇ ਤੇ ਕੁਝ ਕੁ ਦਿਨਾਂ ਦੀ ਉਮਰ ਦੇ ਗੁਰੂ ਸਨ, ਜਿਨ੍ਹਾਂ ਨੇ ਜਿਹੜੇ ਗੂੰਗੇ ਬੋਲੇ ਬੋਲਦੇ ਨਹੀਂ ਸੀ, ਉਹਨਾਂ ਉੱਤੇ ਮਿਹਰ ਭਰਿਆ ਹੱਥ ਰੱਖ ਕੇ, ਛਟੀ ਰੱਖ ਕੇ ਉਹਨਾਂ ਤੋਂ ਅਰਥ ਕਰਾ ਦਿੱਤੇ। ਤੇ 9ਵੇਂ ਪਾਤਸ਼ਾਹ ਮਹਾਰਾਜ ਜੀ ਨੇ ਕਿਸੇ ਵਾਸਤੇ ਆਪਣਾ ਸੀਸ ਦੇ ਦਿੱਤਾ। ਸਿੱਖ ਧਰਮ ਦੇ ਉੱਤੇ ਸੰਕਟ ਦੀ ਘੜੀ ਨਹੀਂ ਸੀ, ਉਦੋਂ ਦੂਸਰੇ ਧਰਮ ਦੇ ਉੱਤੇ ਉਹ ਜਿਹੜੀ ਸੰਕਟ ਦੀ ਘੜੀ ਸੀ। ਪਰ ਸੀਸ ਦੀਆ ਪਰ ਸਿਰ ਨਾ ਦੀਆ। ਮਹਾਰਾਜ ਜੀ ਨੇ ਦੂਸਰਿਆਂ ਵਾਸਤੇ ਕਹਿੰਦੇ, ਭਾਈ ਕਿਸੇ ਦੂਸਰੇ ਉੱਤੇ ਵਿਪਤਾ ਪਵੇ ਤੇ ਸਿੱਖ ਚੁੱਪ ਕਰਕੇ ਬੈਠ ਜਾਵੇ। ਅੱਜ ਦੇਖੋ ਵਿਪਤਾ ਦੀ ਘੜੀ ਹੈ, ਕਰੋਨਾ ਵਾਇਰਸ ਚੱਲ ਰਿਹਾ ਹੈ, ਤੇ ਇਹ ਰੰਗ ਗੁਰੂ ਹਰਗੋਬਿੰਦ ਵਾਹਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਦਾ ਭਰਿਆ ਹੋਇਆ। ਇਹ ਨਾ ਦੇਖਿਓ ਵੀ ਇਹ ਕਿਹੜੀ ਬਰਾਦਰੀ ਦਾ ਊਚ ਹੈ ਨੀਚ ਹੈ, ਜਿਹੜਾ ਵੀ ਹੈ ਜਿਹਨੇ ਆ ਕੇ ਇਸ ਤਰ੍ਹਾਂ ਹੱਥ ਕਰ ਲਏ ਉਹਦੇ ਹੱਥ ਉੱਤੇ ਪ੍ਰਸ਼ਾਦਾ ਰੱਖ ਦੇਣਾ। ਨਿਮਰਤਾ ਭਾਵ ਹੈ। ਭੋਜਨ ਵਰਤਾਉਣ ਲੱਗਿਆ ਸਿੱਖਾ ਤੇਰੇ ਮਨ ਵਿੱਚ ਇਹ ਗੱਲ ਨਾ ਆਵੇ। ਜੇ ਕਿਤੇ ਤੇਰੇ ਮਨ ਵਿੱਚ ਇਹ ਗੱਲ ਆਵੇਗੀ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਯਾਦ ਕਰ ਲਿਓ। ਹਿੰਦੂ ਧਰਮ ਵਾਸਤੇ ਦਿੱਲੀ ਵਿੱਚ ਜਾ ਕੇ ਮਹਾਰਾਜ ਜੀ ਨੇ ਦਿੱਲੀ ਦੇ ਵਿੱਚ ਆਪਣੇ ਸੀਸ ਦਾ ਬਲੀਦਾਨ ਦੇ ਦਿੱਤਾ। ਇਹ ਵੀ ਰੰਗ ਭਰ ਦਿੱਤਾ। 10ਵੇਂ ਪਾਤਸ਼ਾਹ ਨੇ ਫਿਰ ਕਮਾਲ ਹੀ ਕਰ ਦਿੱਤੀ। ਜੰਗ ਯੁੱਧ ਵੀ ਕਰੇ, ਘਰ-ਬਾਰ ਵੀ ਬਣਾਏ, ਤੇ ਤਿਆਗ ਵੀ ਐਡਾ ਵੱਡਾ ਕਰ ਦਿੱਤਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਐਡਾ ਵੱਡਾ ਤਿਆਗ, ਬਣਿਆ ਬਣਾਇਆ ਕਿਲਾ ਆਪਣਾ ਇੱਕ ਛਿਨ ਵਿੱਚ ਦੀ ਛੱਡ ਦਿੱਤਾ, ਪਰਿਵਾਰ ਵਾਰ ਦਿੱਤਾ, ਸਭ ਕੁਝ ਬਾਰ ਕੇ ਐਨ ਜਮਾ ਸੁਰਖਰੂ ਹੋ ਕੇ। ਜਦੋਂ ਕੋਈ ਵੀ ਨਾ ਪਰਿਵਾਰ ਦਾ ਮੈਂਬਰ ਰਿਹਾ, ਫਿਰ ਮਾਛੀਵਾੜ ਦੇ ਜੰਗਲਾਂ ਵਿੱਚ ਪੈ ਕੇ ਕਹਿ ਦਿੱਤਾ, ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਕਹਿੰਦੇ ਮੇਰਾ ਖਾਲਸਾ ਪਰਿਵਾਰ ਹੈ ਜਿਹੜਾ ਸੁਖੀ ਵਸੇ। ਅਸੀਂ ਉਸ ਗੁਰੂ ਦੇ ਸੇਵਕ ਹਾਂ ਜਿਹੜਾ ਆਪਣਿਆਂ ਨੂੰ ਬਾਰ ਕੇ ਕਹਿੰਦਾ ਸੇਵਕ ਸਿੱਖ ਮੇਰੇ ਸੇਵਕ ਨੇ, ਜਿਹੜੇ ਸਿੱਖ ਨੇ ਮੇਰੇ, ਇਹ ਸਾਰੇ ਸੁਖੀ ਵਸਣ। ਤੇ ਅੱਜ ਉਹਨਾਂ ਦੇ ਵਿੱਚ ਜਗ ਸੰਸਾਰ ਸਾਰੇ ਹੀ ਆ ਗਿਆ।
ਜਿਨ੍ਹਾਂ ਦੇ ਉੱਤੇ ਅੱਜ ਆ ਕਰੋਨਾ ਦੀ ਭਿਆਨਕ ਬਿਮਾਰੀ ਦਾ ਕਹਿਰ ਚੱਲ ਰਿਹਾ ਹੈ। ਅੱਜ ਥਾਂ ਥਾਂ ਦੇ ਉੱਤੇ ਭਿਆਨਕ ਬਿਮਾਰੀ ਹੈ। ਇੱਕ ਵਾਰ ਦਾ ਆ ਪਿੱਛੇ ਜੇ ਕੁਝ ਕੁ ਦਿਨ ਟਿਕ ਟਕਾ ਹੋ ਗਿਆ ਸੀ, ਹੁਣ ਫਿਰ ਜ਼ੋਰ ਫੜ ਲਿਆ। ਸਾਡੇ ਨੇੜੇ ਨੇੜੇ ਹੁਣ ਬਹੁਤ ਇਹੋ ਜਿਹੀਆਂ ਭਿਆਨਕ ਬਿਮਾਰੀਆਂ ਦੇ ਜਿਹੜੇ ਰੋਗੀ ਨੇ ਉਹ ਨਿਕਲਣ ਲੱਗ ਗਏ। ਰਾਤ ਖਬਰਾਂ ਵਾਲੇ ਦੱਸ ਰਹੇ ਸੀ ਬਰਨਾਲੇ ਵੀ ਆ ਗਿਆ, ਇੱਧਰ ਵੀ ਆ ਗਿਆ, ਆਪਣੇ ਬੁੱਗਰਾਂ ਪਿੰਡ ਨੇੜੇ ਬੁੱਗਰਾਂ ਉੱਥੇ ਵੀ ਦੱਸ ਰਹੇ ਨੇ। ਇਸ ਕਰਕੇ ਇਹ ਭਿਆਨਕ ਬਿਮਾਰੀ ਜਿਹੜੀ ਗਾਹਾਂ ਤੋਂ ਗਾਹਾਂ ਚੈਨ ਬਥੇਰੀ ਤੋੜਦੇ ਨੇ। ਮਨੁੱਖਤਾ ਦੀ ਚੈਨ ਬਣੀ ਹੋਈ ਹੈ। ਇਸ ਚੈਨ ਨੂੰ ਤੋੜਨਾ ਹੈ। ਜਦੋਂ ਮਨੁੱਖਤਾ ਦੀ ਚੈਨ ਟੁੱਟ ਗਈ ਫਿਰ ਬਿਮਾਰੀ ਜਿਹੜੀ ਹੈ ਦੱਸਦੇ ਆ ਵੀ 14-15 ਘੰਟਿਆਂ ਦੇ ਵਿੱਚ ਵਗ ਜਾਂਦੀ ਹੈ। ਹੁਣ 14-15 ਦਿਨਾਂ ਦਾ ਬੰਦੇ ਨੂੰ ਇਕਾਂਤਵਾਸ ਕਰ ਦਿੱਤਾ, ਭਾਵ ਇੱਕ ਪਾਸੇ ਕਰ ਦਿੱਤਾ। ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ 21 ਦਿਨਾਂ ਵਾਸਤੇ ਕਹਿਤਾ 21 ਦਿਨ ਮਨੁੱਖ ਨੂੰ ਇੱਕ ਪਾਸੇ ਰੱਖੋ, ਉਹਦੀ ਬਿਮਾਰੀ ਜਿਹੜੀ ਉਹ ਦੂਰ ਹੋ ਜੂ। ਜੇ ਉਹ ਕਿਸੇ ਦੇ ਸੰਪਰਕ ਵਿੱਚ ਆਉਂਦਾ ਹੈ ਤਾਂ ਉਹ ਬਿਮਾਰੀ ਅੱਗੇ ਫੈਲਦੀ ਹੈ। ਪਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕਰ ਦਿੱਤੀ। ਜਦੋਂ ਦੇਖਿਆ ਦੁੱਖ ਵਾਲਾ ਵੱਧ ਗਿਆ, ਫਿਰ ਸਤਿਗੁਰੂ ਜੀ ਨੇ ਫਰਮਾਨ ਕਰਿਆ। ਭਾਈ ਗੁਰਦਾਸ ਜੀ ਕਹਿੰਦੇ ਜਬ ਜਬ ਹੋਏ ਧਰਮ ਗਲਾਨੀ ਤਬ ਧਰ ਆਏ ਅਵਤਾਰ ਮਾਨੀ। ਕਹਿੰਦੇ ਫਿਰ ਜਦੋਂ ਲੋਕ ਧਰਮ ਤੋਂ ਨਫ਼ਰਤ ਕਰਨ ਲੱਗ ਜਾਣ, ਮੈਂ ਕੱਲ੍ਹ ਵੀ ਅਰਜ਼ ਕਰੀ ਸੀ, ਲੋਕ ਧਰਮ ਤੋਂ ਦੂਰ, ਜਿਵੇਂ ਅੱਜ ਧਰਮ ਤੋਂ ਦੂਰ ਹੈ। ਅੱਜ ਕੋਈ ਹੈ ਜਿਹੜਾ ਗੁਰੂ ਦੇ ਨੇੜੇ ਰਹਿਣ ਵਾਸਤੇ ਤਿਆਰ ਹੋਵੇ, ਜਿਹੜਾ ਕਹੇ ਬਈ ਅੱਜ ਦੁੱਖ ਦੀ ਘੜੀ ਹੈ, ਮੈਂ ਆਪਣੇ ਗੁਰੂ ਦੇ ਉੱਤੇ ਅਥਾਹ ਸ਼ਰਧਾ ਭਰੋਸਾ, ਗੁਰੂ ਦੇ ਕੋਲੇ ਰਹਾਂ ਹਰ ਵਕਤ, ਮੇਰਾ ਗੁਰੂ ਪੂਰੀ ਸਿਫਤ ਵਾਲਾ, ਮੇਰਾ ਗੁਰੂ ਬਚਾਉਣ ਵਾਲਾ ਹੈ। ਤਾਤੀ ਬਾਉ ਨਾ ਲੱਗ ਗਈ, ਇਹ ਗੁਰੂ ਜੀ ਦਾ ਸ਼ਬਦ ਹੈ। ਤਾਤੀ ਬਾਉ ਨਾ ਲੱਗ ਗਈ, ਪਾਰ ਬ੍ਰਹਮ ਸ਼ਰਨ ਆਈ, ਚਾਉ ਗਿਰਦ ਹਮਾਰੇ ਰਾਮ ਕਾਰ, ਦੁੱਖ ਲੱਗੇ ਨਾ ਭਾਈ। ਮਹਾਰਾਜ ਜੀ ਕਹਿੰਦੇ ਰਾਮ ਤੇ ਨਾਮ ਦੀ ਕਾਰ, ਪਰਮਾਤਮਾ ਦੇ ਨਾਮ ਦੀ ਕਾਰ ਜਿਹਦੇ ਆਲੇ ਦੁਆਲੇ ਹੈ। ਠੀਕ ਹੈ, ਅੱਜ ਤਾਂ ਇਹ ਹੋ ਗਿਆ ਧੁਨੀ ਵਜਾਈ ਵੱਜਦੀ ਤੂੰ ਵੀ ਵੱਜੈ ਨਾਲ। ਆਓ ਮੈਂ ਅਰਜ਼ ਕਰ ਰਿਹਾ ਸੀ, ਜੋ ਆਪਣਾ ਲੜੀਵਾਰ ਇਤਿਹਾਸ ਚੱਲ ਰਿਹਾ ਹੈ, ਗੁਰੂ ਜੀ ਦੀ ਕਿਰਪਾ ਹੋਈ ਹੈ, ਜਿੰਨੀ ਕੁ ਬੁੱਧ ਬਖਸ਼ੀ ਹੈ। ਇਹ ਨਹੀਂ ਮੈਂ ਜਿਹਦੇ ਪ੍ਰਚਾਰਕਾਂ ਵਾਂਗੂ ਕਹਿੰਦਾ ਵੀ ਸਾਰਾ ਕੁਝ ਹੀ ਮੈਨੂੰ ਪਤਾ ਹੈ, ਨਹੀਂ, ਤੁੱਛ ਬੁੱਧੀ ਹੈ। ਇਹ ਜਿਹੜਾ ਨਾ ਗੁਰੂ ਦਾ ਇਤਿਹਾਸ ਹੈ, ਇਹ ਤਾਂ ਸਮੁੰਦਰ ਹੈ। ਸਮੁੰਦਰ ਦੇ ਵਿੱਚੋਂ ਜਿਹੋ ਜਿਹੀ ਕੋਈ ਚੁੱਭੀ ਮਾਰਦਾ ਉਹ ਹੈ ਜਾਂ ਉਹਨੂੰ ਉਹ ਵਸਤੂ ਪ੍ਰਾਪਤ ਹੋ ਜਾਂਦੀ ਹੈ। ਸਮੁੰਦਰ ਦੀ ਗਹਿਰਾਈ ਥਾ, ਕਹਿੰਦੇ ਭਈ ਪੂਤਲੀ ਸਿੰਧ ਕੀ ਥਾ ਅੰਤ ਕੋ ਲੈਣ। ਕਹਿੰਦੇ ਇੱਕ ਲੂਣ ਦੀ ਪੁੜੀ ਬੰਨ੍ਹ ਕੇ ਕਿਸੇ ਸਾਇੰਸਦਾਨ ਨੇ ਸਮੁੰਦਰ ਦੇ ਵਿੱਚ ਸਿੱਟਤੀ, ਜਾ ਦੇਖ ਕੇ ਇਹਦਾ ਅੰਤ ਕਿੰਨਾ ਕੁ ਹੈ। ਉਹ ਜਾਂਦੀ ਜਾਂਦੀ ਖੁਰ ਗਈ। ਕਹਿੰਦੇ ਉਹ ਵਾਪਸ ਜਦੋਂ ਕੱਢ ਕੇ ਦੇਖੀ ਖੁਰ ਗਿਆ, ਕਿਉਂਕਿ ਉਹਦੀ ਅੰਸ਼ ਹੈ। ਲੂਣ ਜਿਹੜਾ ਨਾ ਉਹ ਸਮੁੰਦਰ ਦੀ ਅੰਸ਼ ਹੈ, ਉਹਨੇ ਪਤਾ ਹੀ ਲੱਗਿਆ ਵੀ ਕਿੱਧਰ ਗਿਆ ਲੂਣ। ਇਸੇ ਤਰ੍ਹਾਂ ਗੁਰੂ ਜਿਹੜਾ ਨਾ, ਇਹਦਾ ਜੇ ਕੋਈ ਕਹੇ ਵੀ ਮੈਂ ਪਾਰਾਵਾਰ ਪਾ ਲਿਆ, ਮੈਨੂੰ ਹੀ ਪਤਾ ਸਭ ਕੁਝ, ਉਹ ਮੂਰਖ ਹੈ। ਜੇ ਕੋਈ ਮਨੁੱਖ ਕਹੇ ਸਾਰਾ ਕੁਝ ਹੀ ਮੈਨੂੰ ਪਤਾ, ਨਹੀਂ, ਇਸ ਗੁਰੂ ਦੇ ਅੱਗੇ ਆ ਕੇ ਤਾਂ ਵੇਦਾਂ ਨੇ ਕਹਿਤਾ ਨੇਤ ਨੇਤ ਕਥੰਤ ਵੇਦਾ। ਕਹਿੰਦੇ ਇਸ ਦਾਤੇ ਦਾ ਅੰਤ ਨਹੀਂ ਕਿਸੇ ਨੇ ਪਾਇਆ। ਤੇ ਆਓ ਗੁਰੂ ਅਮਰਦਾਸ ਮਹਾਰਾਜ, ਤੀਸਰੇ ਗੁਰੂ ਨਾਨਕ। ਹੁਣ ਦੁਰਗਾ ਦੱਤ ਬ੍ਰਾਹਮਣ ਨੇ ਕਹਿ ਦਿੱਤਾ, ਓਏ ਤੇਰਾ ਗੁਰੂ ਨਹੀਂ ਕੋਈ। ਜਿਵੇਂ ਧਰੂ ਭਗਤ ਨੂੰ ਕਹਿ ਦਿੱਤਾ ਸੀ ਨਾ, 5 ਸਾਲ ਦੀ ਅਵਸਥਾ ਸੀ, 5 ਬਰਖ ਕੋ ਨਾਦ ਧਰੂ ਬਾਰਕ। 5 ਸਾਲਾਂ ਦੀ ਉਮਰ ਸੀ ਧਰੂ ਬਾਰਕੇ ਦੀ। ਤੇ ਨਾਰਦ ਜੀ ਨੇ ਪੁੱਛਿਆ, ਉਹ ਤੂੰ ਕਿੱਥੋਂ ਆਇਆ? ਕਹਿੰਦਾ ਜੀ ਮੇਰੀ ਮਾਂ ਨੇ ਮੇਰੇ ਚਪੇੜਾਂ ਮਾਰੀਆਂ। ਕੀ ਕਰੇਗਾ? ਹੁਣ ਬੰਦਗੀ ਕਰੂੰਗਾ। ਕਹਿੰਦੇ ਤੇਰਾ ਗੁਰੂ ਕੌਣ ਹੈ? ਕਹਿੰਦਾ ਜੀ ਗੁਰੂ ਤਾਂ ਮੇਰਾ ਕੋਈ ਹੈ ਹੀ ਨਹੀਂ। ਜਿੰਨਾ ਚਿਰ ਤੂੰ ਗੁਰੂ ਨਹੀਂ ਧਾਰਨ ਕਰਦਾ ਉਹਨਾਂ ਚਿਰ ਤੈਨੂੰ ਰੱਬ ਦੀ ਪ੍ਰਾਪਤੀ ਨਹੀਂ ਹੋਣੀ। ਤੇ ਪਿਆਰ ਵਿੱਚ ਆ ਕੇ ਕਹਿੰਦੇ ਫਿਰ ਦੱਸ ਦਿਓ। ਫਿਰ ਗੁਰੂ ਬਣੇ ਨਾਰਦ ਜੀ, ਉਹਨਾਂ ਸਮਿਆਂ ਦਾ ਨਾਮ ਦਿੱਤਾ। ਚਲੋ ਫਿਰ ਧਰੂ ਭਗਤ ਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਗਈ। ਹੁਣ ਗੁਰੂ ਅਮਰਦਾਸ ਮਹਾਰਾਜ ਜੀ ਕੋਠੇ ਤੇ ਬੈਠੇ ਹੈ। ਕੱਲ੍ਹ ਮੈਂ ਇੱਥੇ ਵਿਚਾਰ ਛੱਡੀ, ਕੋਠੇ ਤੇ ਬੈਠੇ ਹੈ। ਨੂੰਹ ਅਗਲੇ ਘਰ ਦੇ ਵਿੱਚ ਜਿਹੜੀ ਸਿਆਣੀ ਨੂੰਹ ਹੈ, ਉਹਦੇ ਕਮਰ ਕੱਸਾ ਬੰਨਿਆ ਹੋਇਆ ਹੈ
ਤੇ ਹੱਥ ਵਿੱਚ ਝਾੜੂ ਲਿਆ ਹੋਇਆ, ਉਹ ਬਾਣੀ ਪੜ੍ਹਦੀ ਫਿਰਦੀ ਆ। ਉਹ ਕਹਿੰਦੀ ਹੈ, ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦ ਬਾਰ, ਜਿਨ ਮਾਨਸ ਤੇ ਦੇਵ ਤੇ ਕੀਏ ਕਰਤਨ ਲਾਗੀ ਵਾਰ। ਜੇ 100 ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ। ਤੇ ਬੀਬੀ ਅਮਰੋ ਪੜ੍ਹਦੀ ਫਿਰਦੀ ਹੈ ਪਿਆਰ ਵਿੱਚ ਆ ਕੇ। ਘਰ ਵਿੱਚੋਂ ਆਵਾਜ਼ ਪਈ ਵੈਰਾਗ ਦੀ, ਬਿਰਹਾਂ ਦੀ। ਪਹਿਲਾਂ ਹੀ ਸਾਰੀ ਸਾਰੀ ਰਾਤ ਨੀਂਦ ਨਹੀਂ ਆਉਂਦੀ। ਉਹ ਦੇਖ ਰਹੇ ਨੇ, ਬਸ ਤਾਰਿਆਂ ਨੂੰ ਗਿਣਦੇ ਨੇ। ਰੋਜ਼ ਪਏ ਅਮਰਦਾਸ ਮਹਾਰਾਜ ਜੀ ਕੋਠੇ ਉੱਤੇ ਪਏ ਨੇ, ਤੇ ਬਸ ਉਹ ਵੇਖ ਕੇ ਕਹਿ ਰਹੇ ਨੇ, ਪਿੰਨੀ ਰਹਿਣ ਦੇ ਚਮਕਦੇ ਤਾਰੇ, ਜਾਗਦੇ ਪਿਆਰੇ। ਪਿੰਨੀ ਰਹਿਣ ਦੇ ਚਮਕਦੇ ਤਾਰੇ, ਜਾਗਦੇ ਪਿਆਰੇ ਰੱਬ ਦੇ। ਪਿੰਨੀ ਰਹਿਣੜੀਏ ਚਮਕਣ ਤਾਰੇ। ਹੁਣ ਉਤਰਿਆ ਏ ਪੌੜੀਆਂ ਉਤਰੇ ਆਉਂਦੇ ਨੇ, ਤੇ ਬੀਬੀ ਬਾਣੀ ਪੜ੍ਹ ਰਹੀ ਹੈ। ਦੇਖੋ ਘਰ ਵਿੱਚ ਬਰਕਤ ਕਿਉਂ ਨਾ ਆਵੇ। ਜਦੋਂ ਜਿਵੇਂ ਉਹ ਵਿਦਵਾਨ ਲਿਖਦਾ, ਹੱਥ ਕਾਰ ਵੱਲ, ਕਾਰ ਤੋਂ ਭਾਵ ਕੰਮ, ਹੱਥਾਂ ਨਾਲ ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਇਹ ਭਗਤ ਨਾਮਦੇਵ ਜੀ ਫਰਮਾਨ ਕਰਦੇ ਹਨ। ਤੇ ਵਿਦਵਾਨ ਸੰਤ ਟਾਂਡੇ ਵਾਲੇ ਲਿਖਦੇ ਨੇ, ਕਹਿੰਦੇ ਹੱਥ ਕਾਰ ਵੱਲ। ਭਗਤ ਨਾਮਦੇਵ ਜੀ ਕਹਿੰਦੇ ਹੱਥਾਂ ਨਾਲ ਕੰਮ ਕਰੋ ਤੇ ਜੀਵ ਨਾਲ, ਭੁੱਖ ਨਾਲ ਪਰਮਾਤਮਾ ਦੀ ਬਾਣੀ ਪੜ੍ਹੋ। ਹੱਥ ਕਾਰ ਵੱਲ, ਚਿੱਤ ਯਾਰ ਵੱਲ, ਪਰਮਾਤਮਾ ਵੱਲ ਚਿੱਤ ਹੋਵੇ। ਸੇਵਾ ਕਰਦਿਆਂ, ਸਿਮਰਨ ਕਰਦਿਆਂ, ਭਾਂਡੇ ਮਾਂਜਦਿਆਂ, ਝਾੜੂ ਮਾਰਦਿਆਂ, ਕੁਝ ਵੀ ਸੇਵਾ ਕਰਦੇ ਆ ਪਰਮਾਤਮਾ ਦੀ, ਤਾਂ ਉਸ ਵਕਤ ਮਨ ਵਿੱਚ ਖਿਆਲ ਹੋਵੇ ਵੀ ਮੈਂ ਜਿਹੜਾ ਸੇਵਾ ਇੱਥੇ ਕਰਦਾ ਤੇ ਮੇਰਾ ਚਿੱਤ ਜਿਹੜਾ ਉਹ ਵਾਹਿਗੁਰੂ ਦੇ ਨਾਲ ਹੈ, ਪਰਮਾਤਮਾ ਦੇ ਨਾਲ ਹੈ। ਸਿੱਖਿਆ ਦਾ ਭਾਵ, ਸਾਖੀ ਦਾ ਭਾਵ ਹੁੰਦਾ, ਸਿੱਖਿਆ ਬਸ ਇਹੀ ਹੁੰਦਾ। ਹੁਣ ਗੁਰੂ ਅਮਰਦਾਸ ਮਹਾਰਾਜ ਦੇ ਕੰਨਾਂ ਵਿੱਚ ਬਾਣੀ ਪਈ, 60 ਸਾਲ ਦੀ ਉਮਰ ਹੈ। ਹੌਲੀ ਹੌਲੀ ਉਤਰੇ ਆਉਂਦੇ ਨੇ, ਆ ਕੇ ਮਗਰਲੇ ਪਾਸੇ ਖੜ ਕੇ ਬੀਬੀ ਦੇ ਉਹ ਪੜ੍ਹ ਰਹੀ ਹੈ, ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦ ਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤਨ ਲਾਗੀ ਬਾਰ। ਜੇ 100 ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਇਹ ਬਾਣੀ ਦੀ ਪੰਗਤੀ ਸੁਣੀ, ਨਾ ਰਿਹਾ ਗਿਆ ਦੇਖਿਆ ਰਿਸ਼ਤੇਦਾਰੀ ਵਿੱਚੋਂ ਭਾਵੇਂ ਨੂੰਹ ਲੱਗਦੀ ਹੈ। ਪਰ ਫਿਰ ਮੈਂ ਕੱਲ ਅਰਜ ਕਰੀ ਸੀ, ਉਲਟਾ ਖੇਲ ਪ੍ਰੇਮ ਕਾ ਪੈਰਾਂ ਉੱਪਰ ਸੀਸ ਨਵਾਇਆ। ਆਪਣੀ ਨੂੰਹ ਇਹ ਨਹੀਂ ਦੇਖਿਆ ਮੇਰੀ ਨੂੰਹ ਹੈ, ਰਿਸ਼ਤੇਦਾਰੀ ਵਿੱਚ ਮੇਰੀ ਨੂੰਹ ਹੈ। ਨੂੰਹ ਤੇ ਧੀ ਇੱਕ ਰਿਸ਼ਤਾ ਹੁੰਦਾ ਹੈ। ਕਹਿੰਦੇ ਉਸੇ ਵਕਤ ਗੁਰੂ ਅਮਰਦਾਸ ਮਹਾਰਾਜ ਜੀ ਨੇ ਉਸ ਬੀਬੀ ਅਮਰੋ ਦੇ ਦੋਨੋਂ ਚਰਨ ਫੜ ਲਏ। ਜਦੋਂ ਚਰਨ ਫੜ ਲਏ ਨਾ, ਉਹਨੇ ਘੁੰਮ ਕੇ ਵੇਖਿਆ ਬੀਬੀ ਨੇ, ਉਹ ਇਹ ਤਾਂ ਮੇਰਾ ਸਹੁਰਾ ਹੈ। ਫਰਜ਼ ਤਾਂ ਮੇਰਾ ਬਣਦਾ ਸੀ ਮੇਰੇ ਸਹੁਰੇ ਦੇ ਪੈਰੀਂ ਹੱਥ ਲਾਉਣਾ, ਪਰ ਅੱਜ ਸਹੁਰਾ ਮੇਰੇ ਪੈਰੀਂ ਹੱਥ ਲਾ ਰਿਹਾ ਹੈ। ਇਹ ਤਾਂ ਬਹੁਤ ਵੱਡੀ ਅਵੱਗਿਆ ਹੋ ਗਈ, ਪਾਪ ਹੋ ਗਿਆ। ਉਹ ਬਜ਼ੁਰਗਾਂ ਸਮਾਨ, ਪਿਤਾ ਸਮਾਨ ਮੇਰਾ ਸਹੁਰਾ ਮੇਰੇ ਪੈਰੀਂ ਹੱਥ ਲਾਉਂਦਾ ਹੈ, ਬੜਾ ਵੱਡਾ ਪਾਪ ਹੋ ਗਿਆ। ਉਸੇ ਵਕਤ ਦੋਨੋਂ ਹੱਥ ਫੜ ਲਏ ਬੀਬੀ ਨੇ, ਹੱਥ ਦੋਨੋਂ ਫੜ ਕੇ ਚਰਨਾਂ 'ਤੇ ਸਿਰ ਰੱਖ ਦਿੱਤਾ। ਪਿਤਾ ਜੀ ਇਹ ਕੀ ਕਾਰਨ ਹੋਇਆ? ਦੇਖਿਆ ਅੱਖਾਂ ਵਿੱਚੋਂ ਬੈਰਾਗ ਦੇ ਹੰਝੂ ਡਿੱਗ ਰਹੇ ਨੇ। ਚਿੱਟਾ ਦਾੜਾ ਹੈ, ਨੈਨੋ ਨੀਰ ਵਹੇ ਤਨ ਖੀਨਾ, ਪਏ ਕੇਸ ਦੁੱਧ ਬਾਨੀ, ਰੁੱਧਾ ਕੰਠ ਸ਼ਬਦ ਨਹੀਂ ਉਚਰੈ, ਅਬ ਕਿਆ ਕਰੈ ਪ੍ਰਾਨੀ। ਚਿੱਟੇ ਦਾੜੇ ਉੱਤੇ ਅੱਖਾਂ ਦੇ ਵਿੱਚੋਂ ਡਿੱਗੇ ਹੋਏ ਹੰਝੂ ਇਸ ਤਰ੍ਹਾਂ ਇਹ ਦਿਸ ਰਹੇ ਨੇ, ਜਿਹਨੂੰ ਭਗਤ ਜੀ ਤਰਲੋਚਨ ਜੀ ਕਹਿੰਦੇ ਨੇ ਪਿਆਰ ਦੇ ਵਿੱਚ ਆ ਕੇ, ਇਹਦੇ ਤਾਂ ਕੇਸ ਪਏ ਨੇ ਦੁੱਧ ਵਰਗੇ, ਨੈਣਾ
ਚੋਏ ਦੇ ਨੀਰ ਵੇ ਕੇਸ ਪਏ ਨੇ ਦੁੱਧ ਵਰਗੇ ਜੀ ਨੈਣਾ ਚੋਏ ਦੇ ਨੀਰ ਨੈਣਾ ਚੋਏ ਦੇ ਨੀਰ ਬੋਲੋ 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 ਕੇਸ ਪਏ ਨੇ ਦੁੱਧ ਵਰਗੇ ਨੈਣਾ ਚੋ ਨੀਰ ਨੈਣੋ ਨੀਰ ਵਹਿ ਤਨ ਕਿਨਾ ਪੈ ਕੇਸ ਦੁੱਧਵਾ ਰੂਤਾ ਕੰਠ ਸ਼ਬਦ ਨਹੀਂ ਉਚਰੈ ਮਹਾਰਾਜ ਜੀ ਕਹਿਣ ਲੱਗੇ ਰੂਤਾ ਕੰਠ ਸ਼ਬਦ ਗਲ ਦੇ ਵਿੱਚੋਂ ਹੁਣ ਸ਼ਬਦ ਵੀ ਨਹੀਂ ਪੂਰਾ ਨਿਕਲਦਾ ਕਿਉਂਕਿ ਗੁਰੂ ਅਮਰਦਾਸ ਮਹਾਰਾਜ ਦੀ ਉਮਰ ਹੋ ਗਈ 60 ਸਾਲ ਦੀ ਬੀਬੀ ਨੇ ਚਰਨਾਂ ਤੇ ਸਿਰ ਰੱਖਿਆ ਝਾੜੂ ਇੱਕ ਪਾਸੇ ਰੱਖਤਾ ਦੋਨੋਂ ਚਰਨ ਫੜ ਲਏ ਦੇਖਿਆ ਬਜ਼ੁਰਗ ਬਾਬਾ ਨੂੰਹ ਦੇ ਖੜੇ ਕੋਲੇ ਸਾਹਮਣੇ ਖੜਾ ਰੋਈ ਜਾਂਦਾ ਪੁੱਛਿਆ ਬਾਪੂ ਜੀ ਬਜ਼ੁਰਗੋ ਪਿਤਾ ਜੀ ਰੋਣ ਦਾ ਕਾਰਨ ਕੀ ਹੈ ਤੇ ਅਗਲਾ ਬਚਨ ਰੋਂਦੇ ਰੋਂਦਿਆਂ ਦੇ ਮੁਖ ਵਿੱਚੋਂ ਨਿਕਲਿਆ ਆ ਜਿਹੜੀ ਕਲਾਮ ਬਾਣੀ ਪੜ੍ਹਦੀਆਂ ਇਹ ਕਿਹਦੀ ਹੈ ਤੇ ਬੀਬੀ ਅਮਰੋ ਕਹਿਣ ਲੱਗੀ ਸੱਚੇ ਪਾਤਸ਼ਾਹ ਇਹ ਬਾਣੀ ਮੇਰੇ ਪਿਤਾ ਨੂੰ ਗੁਰੂ ਨਾਨਕ ਨੇ ਬਖਸ਼ਿਸ਼ ਕਰੀ ਮੇਰੇ ਪਿਤਾ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਜਦੋਂ ਮੈਨੂੰ ਵਿਆਹ ਕੇ ਤੋਰਿਆ ਨਾ ਦਾਜ ਦੇ ਵਿੱਚ ਮੈਨੂੰ ਇਹ ਬਾਣੀ ਦੀਆਂ ਪੋਥੀਆਂ ਦਿੱਤੀਆਂ ਸੀ ਬਾਣੀ ਗੁਰੂ ਨਾਨਕ ਦੀ ਹੈ ਬਖਸ਼ਿਸ਼ ਕੀਤੀ ਮੇਰੇ ਪਿਤਾ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੂੰ ਤੇ ਮੇਰੇ ਪਿਤਾ ਨੇ ਮੈਨੂੰ ਦਾਜ ਵਿੱਚ ਇਹ ਬਾਣੀ ਦਿੱਤੀ ਤੇ ਹੁਕਮ ਕਰਿਆ ਇਹ ਬਾਣੀ ਪੜ੍ਹੀ ਕਿ ਸਹੁਰੇ ਘਰ ਜਾ ਕੇ ਪਹਿਲਾਂ ਕੰਮ ਧੰਦਾ ਕਰੀ ਜਦੋਂ ਵਿਹਲੀ ਹੋਈ ਉਦੋਂ ਬੈਠ ਕੇ ਬਾਣੀ ਪੜ੍ਹੀ ਤੇ ਤੀਸਰਾ ਮੈਨੂੰ ਹੁਕਮ ਕਰਿਆ ਸੀ ਸਖਤ ਮੇਰੇ ਪਿਤਾ ਨੇ ਬਿਨਾਂ ਸੱਦੇ ਤੋਂ ਬਿਨਾਂ ਬੁਲਾਏ ਤੋਂ ਸਹੁਰੇ ਘਰ ਦੀ ਸੇਵਾ ਛੱਡ ਕੇ ਨਾ ਆਈ ਮੈਂ ਉਹਨਾਂ ਦਾ ਬਚਨ ਕਮਾ ਰਹੀ ਹਾਂ ਨਾਲ ਇਹ ਵੀ ਲਾ ਦਿੱਤਾ ਫਿਰ ਕਹਿਣ ਲੱਗੇ ਪੁੱਤਰੀ ਜਿਹੜੇ ਗੁਰੂ ਦੀ ਪਵਿੱਤਰ ਬਾਣੀ ਹੈ ਤੇ ਕਿਰਪਾ ਕਰ ਫਿਰ ਉਸ ਗੁਰੂ ਦੇ ਮੈਨੂੰ ਦਰਸ਼ਨ ਕਰਾ ਦੇ ਬੀਬੀ ਨੇ ਆਖਿਆ ਅਮਰੋ ਨੇ ਆਖਿਆ ਪਿਤਾ ਜੀ ਜਿਹੜੇ ਗੁਰੂ ਦੀ ਬਾਣੀ ਆ ਉਹ ਗੁਰੂ ਦਾ ਸੱਚਖੰਡ ਚਲੇ ਗਏ ਉਹਨਾਂ ਦੀ ਜਗ੍ਹਾ ਉੱਤੇ ਦੂਸਰੇ ਗੁਰੂ ਨਾਨਕ ਮੇਰੇ ਪਿਤਾ ਖੰਡੂਰ ਸਾਹਿਬ ਦੀ ਧਰਤੀ ਉੱਤੇ ਰਹਿੰਦੇ ਨੇ ਤੇ ਮੇਰੇ ਪਿਤਾ ਦਾ ਹੁਕਮ ਹੈ ਬਿਨਾਂ ਸੱਦੇ ਨਹੀਂ ਆਉਣਾ ਤੇ ਕਿਰਪਾ ਕਰਦੇ ਮੈਂ ਤੁਹਾਡੇ ਘਰ ਵਿੱਚ ਅੱਜ ਨਗੁਰਾ ਜਾ ਰਿਹਾ ਸਤਿਗੁਰ ਵਾਜੋ ਗੁਰ ਨਹੀਂ ਕੋਈ ਨਿਗੁਰੇ ਕਾ ਹੈ ਨਾਉ ਬੁਰਾ ਬੱਚੀ ਐ ਪੁੱਤਰੀ ਜਿਹੜਾ ਕੁਝ ਗੁਰੂ ਸਾਹਿਬ ਕਹਿਣਗੇ ਮੈਂ ਆਪਣੇ ਉੱਤੇ ਹੰਢਾ ਲੂੰਗਾ ਮੈਂ ਆਪਣੇ ਉੱਤੇ ਲੈ ਲੂੰਗਾ ਪਰ ਮੈਨੂੰ ਇੱਕ ਵਾਰੀ ਉਸ ਗੁਰੂ ਦੇ ਦਰਸ਼ਨ ਕਰਾ ਦੇ ਕਿਰਪਾ ਕਰਕੇ ਲੈ ਚੱਲ ਉਸ ਗੁਰੂ ਕੋਲੇ ਕਿਹੜੇ ਕੋਲੇ ਜਿਸ ਗੁਰੂ ਦੇ ਸਾਹਮਣੇ ਦਰਸ਼ਨ ਕਰਦੇ ਹਾਂ ਇਹ ਦਸੇ ਗੁਰਾਂ ਦੀ ਆਤਮਕ ਜੋਤ ਹੈ ਪ੍ਰਤੱਖ ਗੁਰੂ ਹੈ ਭਾਵਨਾ ਵਾਲਿਆਂ ਨੇ ਆ ਗੁਰੂ ਗ੍ਰੰਥ ਸਾਹਿਬ ਮਰ ਤੋਂ ਸਭ ਕੁਝ ਲੈ ਲਿਆ ਤੇ ਬਾਬੇ ਅਮਰਦਾਸ ਨੇ ਕਿਹਾ ਕਿਰਪਾ ਕਰਦੇ ਕੋਈ ਬਣ ਕੇ ਵਿਚੋਲਾ ਜੀ ਗੁਰੂ ਅਮਰਦਾਸ ਪਿਆਰੇ ਕਰਦੇ ਭਾਲ ਗੁਰਾਂ ਦੀ ਫਿਰਦੇ ਇਹ ਚੰਦ ਲੈਣਾ ਨੇ ਰੱਬ ਦੇ ਫਕੀਰਾਂ ਦੀਆਂ ਲਿਖੀਆਂ ਹੋਈਆਂ ਤੇ ਪਿਆਰ ਵਿੱਚ ਆ ਕੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਨੂੰਹ ਨੂੰ ਕਿਹਾ ਕੋਈ ਬਣ ਕੇ ਵਿਚੋਲਾ ਜੀ ਮੈਨੂੰ ਵਿਛੜੇ ਨੂੰ ਸਾਹਿਬ ਮਿਲਾ ਦੇ ਕੋਈ ਬਣ ਕੇ ਵਿਚੋਲਾ ਜੀ ਮੈਨੂੰ ਵਿਛੜੇ ਨੂੰ ਸਾਹਿਬ ਮਿਲਾ ਦੇ
इस करके आओ इस धारना तो कल शुरू करेंगे। धन्यवाद है। सो बेनती है संगत नूं भाई, भावे ठीक है भयानक बीमारी चल रही है, जे एक बारी थोड़ा जिहा दबाव होया सी फिर एक लगत उठ खड़ी। जिहड़े हजूर साहब तो श्रद्धालु यात्रु आए ने, जिवें उत्थों दे महापुरख बाबा नरेंद्र सिंह जी, संत बाबा कुलवंत सिंह जी महाराज, जिन्ना उत्थों दा ट्रस्ट है, सब ने बेनतियां ही करियां सी। 3 वारी टेस्ट करा लिया, पर चलो आपां ये नहीं कह सकते क्योंकि आपां अपने वाला पक्ष रखना, गुरु वाला पक्ष रखना। पर इस गल दे विच शायद कोई सियासत हो रही है कि सारिਆਂ ਨੂੰ ही आउण सार आउंदे आउंदे रस्ते दे विच ही सारिਆਂ ਨੂੰ जिहड़ी करोना हो गई। पर हुण अरदास करो सच्चे पातशाह, स्थिति बहुती बिगड़ गई ते हुण इहनूं आप ही सुलझा ला के इस ताणी नूं, इस स्थिति नूं हुण डॉक्टर नहीं संभाल सकते, दुनिया के लोग नहीं संभाल सकते। जे संभाल सकता तो एक गुरु सब ते वड्डा सतगुरु नानक, जिन कल राखी मेरी। इको एक गुरु संभाल। जो भी अज सानू प्रशासन बार बार हदायतां करदा है, उहदे उत्ते आपां पहरा दईए। देखो अपने वास्ते ही है, अपने सुख वास्ते ही है भी तुसी संभाल रखोगे, भी इहदे तो बचे रहोगे। क्योंकि 2 उम्रां बालियां, इन्हां नूं ज़्यादा थोड़ा जिहा संभालना पैंदा। एक बजुर्ग नूं, ये तां आम भी कहावत है, जदों साहिबजादियां दे दिन चलदे आ उन्हां दे विच इह सिੱਖਿਆ एक साडे वास्ते सब तो छोटी उम्र दा 7 साल ते 9 साल दा साहिबजादा, 80 साल दी बजुर्ग माता। तो उस वक्त भी विद्वान कहते सी दोनों उम्रां नूं सामभना पैंदा है। ते अज करोना की भयानक बीमारी चलती है तो अज भी दोनों उम्रां नूं सामभना पैंदा है। क्योंकि जिहड़ी विचारली उम्र है 35 तो 40 साल तक है, जिहड़ी 18 19 20 तक है, ये उम्र है, इदों तां बंदे दे ठीक है नैन प्रैण चंगे वधिया चलते हैं, साम समैया कर लैंदा। पर इस उम्र में ज़्यादा, क्योंकि असीं कल बच्चे नूं लै गए सी परसों तपे, उदों सानूं प्रशासन ने कहा भी बच्चिआं नूं ना लैके आओ। तो कल DC आप खुद बोलता फिरदा सी तपे शहर दे विच। इस करके चलो जिहड़ा आपां नूं दसदे ने उहदे ते आपां नूं जिहड़ा ओह अमल करना भी चाहिए भाई। कोई भी बंदा बाहरों आउंदा उहदी आपां नूं देखभाल करनी चाहिए है। इस करके इहदे विच अपने ही बचाव है। जे एक आ गया, एक बंदा आके बाहरों वड़ गया तो उहदे विच जे 50 बंदे तां 50 दे 50 लग गए खूंजे उस वक्त। उन्होंने फिर बन के पता नहीं किहड़े हस्पतालों के सुट्टणगे। हस्पताल भी हुण तां भर गए, हुण तां कोई किसी स्कूल में सुट दिंदा, कोई किते उत्थे ना कोई पुछा ना दे। 21 दिनों बाद तो बाहरों कुंडा ही ला दिंदे ने भी बैठा रहे अंदर इत्थे। इस करके हुण सुखाले बैठे हैं। अरदास करो गुरु के चरणों में, सच्चे पातशाह किरपा करे जगत जलंदा, रख लै अपनी किरपा धार, जित द्वारे उबरै तेते लियो उबार। राम कलीमा लाती जान दी को अंकार, सतगुर प्रसाद आनंद पाया मेरी माए, सतगुरु मैं पाया। आगतन परवार प्रिया शब्द गावणे आईयां, कह नानक नंदो सतगुरु मैं पाया। नारो तू मन मेरे दुख सब विसारना, सब ना गल्लां सिमरत स्वामी सुख मन विसारे। साचे साहिबा क्या नहीं करते रह, सदा सिफत सलाह तेरी नाम मन विसावे। कह नानक सच्चे साहिब क्या नहीं कर तेरा सच्चा, करजा सुख मनै वसिया नीचा जप जाइया। कह नानक सुनो संतो शब्द धरो प्यारो, कर जबक शब्द वाजे कला जित करतारिया। कर्म पाया तू जिनको से ना मर कहलागे, नाद सरोमण भागियो सबल मनोरथ पूरे पाया। दुख रोग संताप उतरे सुनी सच्ची बाणी, सुनते विनीत कहते पवित्र सतगुरे या प्रभुरे।
बोलो वाहिगुरु जी का खालसा वाहिगुरु जी की फतेह जी की फतेह।